ਕਾਫੀ ਲੰਬੇ ਚਿਰ ਤੋਂ ਧਰਨਾ ਚੱਲ ਰਿਹਾ ਸੀ, ਕੱਲ ਮਹਾਰੈਲੀ ਵੀ ਰੱਖੀ, ਅੱਜ ਤੁਸੀਂ ਮਿਲਣ ਆਏ ਹੋ, ਕੀ ਗੱਲਬਾਤ ਹੋਈ? ਇਹਦੇ ਤੇ ਇਨਕੁਆਰੀ ਜਿਹੜੀ ਮੈਂ ਮਾਰਕ ਕੀਤੀ ਆ ਉਹ 5 ਤਰੀਕ ਤੱਕ ਉਹਦੀ ਰਿਪੋਰਟ ਦੇ ਕੇ, ਕਿਉਂਕਿ ਇੱਕ ਇਨਕੁਆਰੀ ਜਿਹੜੀ ਆ ਉਹ ਆਲਰੇਡੀ ਮੇਰਾ ਖਿਆਲ ਇਨ ਪ੍ਰੋਸੈਸ ਹੈਗੀ ਆ, ਜਿਹਦੇ ਵਿੱਚ 16 ਆਫੀਸ਼ੀਅਲਸ ਦੇ ਅਗੇਂਸਟ ਚਾਰਜ ਸ਼ੀਟ ਹੋਈ ਹੈਗੀ ਆ। ਲਗਾਤਾਰ ਇਹ ਗਲਤੀਆਂ ਸਿੱਖਿਆ ਬੋਰਡ ਤੋਂ ਹੁੰਦੀਆਂ ਰਹੀਆਂ ਨੇ, ਮੰਤਰੀ ਵੀ ਰਹਿੰਦੇ ਨੇ, ਪਰ ਇਹ ਅਣਦੇਖਾ ਹੀ ਕੀਤਾ ਜਾ ਰਿਹਾ। ਪਹਿਲੀ ਗੱਲ ਤਾਂ ਇਹ ਹੋਇਆ ਕਿਉਂ, ਔਰ ਜਿਹੜਾ ਵੀ ਕੋਈ ਇਹਦਾ ਲੇਖਕ ਆ, ਜਿਹੜਾ ਵੀ ਕੋਈ ਪਬਲਿਸ਼ਰ ਆ, ਉਹਦੇ ਤੇ ਕਾਨੂੰਨੀ ਕਾਰਵਾਈ, ਜੋ ਵੀ ਉਹਦੇ ਤੇ ਕਾਰਵਾਈ ਹੋਣ ਦੀ ਜ਼ਰੂਰਤ ਹੈ ਉਹ ਬਿਲਕੁਲ ਕਰਾਂਗੇ, ਤਾਂ ਕਿ ਇਹੋ ਜਿਹੇ ਇਤਿਹਾਸ ਦੇ ਵਿੱਚ ਕਿਤੇ ਹੋਰ ਕੋਈ ਛੇੜਛਾਨੀ ਨਾ ਕਰੇ। ਪਰਚੇ ਦੀ ਡਿਮਾਂਡ ਕਰ ਰਿਹਾ ਵੀ ਪਰਚਾ ਹੋਣਾ ਚਾਹੀਦਾ। ਕੀ ਆਪਾਂ ਲੇਖਕਾਂ ਨੂੰ ਵੀ ਟਰੇਸ ਕਰਾਂਗੇ ਜਿਨ੍ਹਾਂ ਰਾਹੀਂ ਇਹ ਗੱਲਾਂ ਲਿਖੀਆਂ ਗਈਆਂ ਨੇ, ਜਾਂ ਬੁੱਕਸ ਸਾਰੀਆਂ ਹੈਗੀਆਂ ਜਿਹੜੇ ਤੇ ਜੋ ਵੀ ਗਿਲਟੀ ਪਾਇਆ ਗਿਆ? ਰਿਵਿਊ ਕਮੇਟੀ ਸਿਰਫ ਤਨਖਾਹਾਂ ਲੈਣ ਲਈ ਨਹੀਂ ਹੁੰਦੀ। ਰਿਵਿਊ ਕਮੇਟੀ ਦਾ ਕੰਮ ਹੁੰਦਾ ਵੀ ਜਦੋਂ ਵੀ ਉਹ ਖਰੜਾ ਆਵੇ ਉਹਨੂੰ ਪੜ੍ਹਨਾ, ਉਹਦੇ ਵਿੱਚ ਜੇ ਗਲਤੀਆਂ ਕੋਈ ਕੀਤੀਆਂ ਹੈਗੀਆਂ ਉਹਨੂੰ ਦੂਰ ਕਰਨਾ। ਜਿੰਨੇ ਵੀ ਇਹਦੇ ਵਿੱਚ ਆਉਂਦੇ ਨੇ, ਹਰ ਕਿਤਾਬ ਦੇ ਐਡੀਸ਼ਨ ਜਿਹੜੇ ਆਉਂਦੇ ਨੇ, ਉਹਨਾਂ ਸਾਰਿਆਂ ਦੇ ਖਿਲਾਫ ਪੁਲਿਸ ਪਰਚੇ ਦਰਜ ਹੋਣੇ ਚਾਹੀਦੇ ਆ। ਇਹਨਾਂ ਕਿਤਾਬਾਂ ਜਿਹੜੀਆਂ ਨੇ ਇਹਨਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ, ਪੂਰਨ ਤੌਰ ਤੇ ਪਾਬੰਦੀ ਲੱਗੀ ਚਾਹੀਦੀ ਆ, ਤੇ ਅੱਗੇ ਤੋਂ ਜਿਹੜਾ ਇਤਿਹਾਸ ਆ ਉਹ ਸਹੀ ਇਤਿਹਾਸ ਜਿਹੜਾ ਉਹ ਬੱਚਿਆਂ ਨੂੰ ਪੜ੍ਹਾਇਆ ਜਾਵੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਸਿੱਖਿਆ ਮੰਤਰੀ ਪ੍ਰਗਟ ਸਿੰਘ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰੇ ਚੱਲ ਰਿਹਾ ਧਰਨਾ ਚੱਲ ਰਿਹਾ ਸੀ, ਉੱਥੇ ਬਲਦੇਵ ਸਿੰਘ ਸਿਰਸਾ ਤੇ ਹੋਰ ਬਾਕੀ ਨੁਮਾਇੰਦਿਆਂ ਨੂੰ ਮਿਲਣ ਆਏ ਨੇ। ਇੱਕ ਚਿੱਠੀ ਵੀ ਦਿੱਤੀ ਗਈ ਹੈਗੀ, ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਜਿੱਥੇ ਧਰਨਾ ਚੱਲ ਰਿਹਾ। ਕਿਤਾਬ ਨੂੰ ਲੈ ਕੇ ਜਿਸ 'ਚ ਕਿਹਾ ਗਿਆ ਵੀ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਗਲਤ ਸ਼ਬਦਾਵਲੀ ਵਰਤੀ ਗਈ ਹੈ, ਜੋ ਕਿਸੇ ਕਹਾਣੀਆਂ ਗੁਰੂ ਸਾਹਿਬ ਨਾਲ ਰਿਲੇਟਡ ਨੇ, ਗੁਰਮੁਖੀ ਵੀ ਨਹੀਂ ਲਿਖੀ ਗਈ, ਤੇ ਜਿਹੜੇ ਕਿਸੇ ਕਹਾਣੀਆਂ ਗੁਰੂ ਸਾਹਿਬ ਨਾਲ ਰਿਲੇਟਡ ਹੈਗੇ ਨੇ ਜਾਂ ਜੁੜਦੇ ਨੇ ਉਹ ਸਾਰੇ ਵੀ ਗਲਤ ਤਰੀਕੇ ਨਾਲ ਪੇਸ਼ ਕੀਤੇ ਗਏ ਨੇ। ਅਸੀਂ ਮੌਕੇ ਤੇ ਅਫਸਰਾਂ ਨੂੰ ਵੀ ਫੋਨ ਲਾਇਆ ਗਿਆ ਪ੍ਰਗਟ ਸਿੰਘ ਵੱਲੋਂ, ਤਾਂ ਅਸੀਂ ਇੱਕ ਵਾਰ ਗੱਲ ਵੀ ਕਰਾਂਗੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਵੀ, ਉਹ ਕੀ ਕਹਿਣਾ ਚਾਹੁੰਦੇ ਨੇ, ਕੀ ਗੱਲਾਂ ਰੱਖੀਆਂ ਗਈਆਂ, ਸਾਰੀਆਂ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਉਹ ਕਰ ਲਈਆਂ ਗਈਆਂ ਕਿ ਨਹੀਂ। ਇੱਕ ਵਾਰ ਗੱਲ ਕਰਦੇ ਹਾਂ ਪ੍ਰਗਟ ਸਿੰਘ ਜੀ ਨਾਲ। ਕਾਫੀ ਲੰਬੇ ਚਿਰ ਤੋਂ ਧਰਨਾ ਚੱਲ ਰਿਹਾ ਸੀ, ਕੱਲ ਮਹਾਰੈਲੀ ਵੀ ਰੱਖੀ, ਅੱਜ ਤੁਸੀਂ ਮਿਲਣ ਆਏ ਹੋ, ਕੀ ਗੱਲਬਾਤ ਹੋਈ? ਨਹੀਂ ਦੇਖੋ, ਮੈਨੂੰ ਕਿਉਂਕਿ ਜਿਹੜੀ ਅਵੇਅਰਨੈਸ ਹੋਈ ਹੈਗੀ ਆ, ਕਿਉਂਕਿ ਇਹਦੇ ਵਿੱਚ ਚਾਰ ਬੁੱਕਸ ਦਾ ਰੈਫਰੈਂਸ ਹੈਗਾ, ਔਰ ਮੇਰੀ 2 ਦਿਨ ਪਹਿਲਾਂ ਚੇਅਰਮੈਨ ਸਾਹਿਬ ਨਾਲ ਗੱਲ ਹੋ ਗਈ ਸੀ। ਇਹਦੇ ਤੇ ਇਨਕੁਆਰੀ ਜਿਹੜੀ ਮੈਂ ਮਾਰਕ ਕੀਤੀ ਆ ਉਹ 5 ਤਰੀਕ ਤੱਕ ਉਹਦੀ ਰਿਪੋਰਟ ਦੇ ਕੇ, ਕਿਉਂਕਿ ਇੱਕ ਇਨਕੁਆਰੀ ਜਿਹੜੀ ਆ ਉਹ ਆਲਰੇਡੀ ਮੇਰਾ ਖਿਆਲ ਇਨ ਪ੍ਰੋਸੈਸ ਹੈਗੀ ਆ, ਜਿਹਦੇ ਵਿੱਚ 16 ਆਫੀਸ਼ੀਅਲਸ ਦੇ ਅਗੇਂਸਟ ਚਾਰਜ ਸ਼ੀਟ ਹੋਈ ਹੈਗੀ ਆ। ਲੇਕਿਨ ਇਹਦੇ 'ਚ ਜੋ ਵੀ ਹੋਣ ਦੀ ਜ਼ਰੂਰਤ ਹੈਗੀ ਆ, ਪਹਿਲੀ ਗੱਲ ਤਾਂ ਇਹ ਹੋਇਆ ਕਿਉਂ, ਔਰ ਜਿਹੜਾ ਵੀ ਕੋਈ ਇਹਦਾ ਲੇਖਕ ਆ, ਜਿਹੜਾ ਵੀ ਕੋਈ ਪਬਲਿਸ਼ਰ ਆ, ਉਹਦੇ ਤੇ ਕਾਨੂੰਨੀ ਕਾਰਵਾਈ ਜਿਹੜੀ ਬਣੂ, ਜਿਹੜੀ ਰਿਪੋਰਟ ਆਉਣ ਤੇ ਜੋ ਵੀ ਇਹਦੇ ਵਿੱਚ ਤੱਥ ਜਿਹੜੇ ਗਲਤ ਪਾਏ ਗਏ, ਜੋ ਵੀ ਉਹਦੇ ਤੇ ਕਾਰਵਾਈ ਹੋਣ ਦੀ ਜ਼ਰੂਰਤ ਹੈ ਉਹ ਬਿਲਕੁਲ ਕਰਾਂਗੇ, ਤਾਂ ਕਿ ਇਹੋ ਜਿਹੇ ਇਤਿਹਾਸ ਦੇ ਵਿੱਚ ਕਿਤੇ ਹੋਰ ਕੋਈ ਛੇੜਛਾਨੀ ਨਾ ਕਰੇ। ਔਰ ਜਿਹੜੀ ਇਹਦੀ ਰਿਵਿਊ ਕਮੇਟੀ ਆ, ਕਿਉਂਕਿ ਡਿਪਾਰਟਮੈਂਟ ਦੇ ਵਿੱਚ ਇੱਕ ਰਿਵਿਊ ਕਮੇਟੀ ਹੈਗੀ ਆ, ਜਿਨ੍ਹਾਂ ਨੇ ਜੇ ਪਬਲਿਸ਼ਰ ਨੂੰ ਅਲਾਉ ਕੀਤਾ ਵੀ ਆ, ਕਿਉਂਕਿ ਜੋ ਮੈਨੂੰ ਜਿੰਨੀ ਜਾਣਕਾਰੀ ਹੈਗੀ 2017 ਤੋਂ ਬੰਦ ਕੀਤੀ ਹੋਈ ਆ, ਲੇਕਿਨ ਇਹ 2019 ਦੇ ਵਿੱਚ ਵੀ ਐਡੀਸ਼ਨ ਹੈਗਾ ਇੱਕ ਇਹਨਾਂ ਕੋਲ। ਜੇ ਉਹਦੇ ਤੋਂ ਬਾਅਦ ਵੀ ਇਹ ਪਬਲਿਸ਼ ਹੋ ਰਹੀ ਆ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਹਨਾਂ ਤੇ ਹੋਰ ਸਟ੍ਰਿਕਟ ਕਾਰਵਾਈ ਕਰਨ ਦੀ ਜ਼ਰੂਰਤ ਹੈਗੀ ਆ। ਇਹ ਲਗਾਤਾਰ ਜਿਹੜੀ ਕੱਲ੍ਹ ਵੀ ਜਿਹੜੀ ਸੰਗਤ ਬੈਠੀ ਸੀ ਉਰੇ, ਸੰਘਰਸ਼ ਕਰ ਰਹੇ ਲੋਕ ਸੀ, ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਲਗਾਤਾਰ ਇਹ ਗਲਤੀਆਂ ਸਿੱਖਿਆ ਬੋਰਡ ਤੋਂ ਹੁੰਦੀਆਂ ਰਹੀਆਂ ਨੇ, ਮੰਤਰੀ ਵੀ ਰਹਿੰਦੇ ਨੇ, ਪਰ ਇਹ ਅਣਦੇਖਾ ਹੀ ਕੀਤਾ ਜਾ ਰਿਹਾ। ਹਜੇ ਵੀ ਇਹ ਲੋਕ ਨੇ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋ ਰਹੇ, ਵਾਰੀ ਹੋ ਰਹੀਆਂ ਨੇ। ਮੇਰੇ ਨੌਲੇਜ ਦੇ ਵਿੱਚ ਅਸੀਂ ਸਿਰਸਾ ਸਾਹਿਬ ਨਾਲ ਪਹਿਲਾਂ ਵੀ ਇੱਕ ਅੱਧੀ ਇਸ਼ੂ ਤੇ ਡਿਸਕਸ਼ਨ ਜਿਹੜੀ ਆ ਹੋਈ ਹੈਗੀ ਆ, ਔਰ ਇਹਨੂੰ ਵੀ ਜੋ ਵੀ ਇਹਦਾ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ, ਜੋ ਇਹਦੇ ਤੇ ਸਟ੍ਰਿਕਟ ਆਰਡਰ ਪਾਸ ਕਰਨ ਦੀ ਜ਼ਰੂਰਤ ਹੈਗੀ, ਉਹ ਬਿਲਕੁਲ ਕਰਾਂਗੇ, ਤਾਂ ਕਿ ਜਿਹੜਾ ਸਿੱਖ ਇਤਿਹਾਸ ਆ ਉਹਦੇ ਨਾਲ ਕਿਤੇ ਵੀ ਕੋਈ ਜਿਹੜੀ ਉਹਦੇ ਵਿੱਚ ਕੋਈ ਗਲਤ ਗੱਲ ਜਿਹੜੀ ਉਹ ਨਾ ਹੋਵੇ। ਚੇਅਰਮੈਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਹੁਣੀ ਮੌਕੇ ਤੇ, ਉਹ ਕੀ ਇੰਸਟਰਕਸ਼ਨ ਦਿੱਤੀਆਂ ਗਈਆਂ? ਕੀ ਆਲਰੇਡੀ ਪਹਿਲਾਂ ਇਨਕੁਆਰੀ ਜਿਹੜੀ ਆ ਉਹ ਆਲਰੇਡੀ ਉਹਨਾਂ ਨੂੰ ਕਨਵੇ ਕੀਤੀ ਹੋਈ ਆ ਕਿ ਤੁਸੀਂ ਮੈਨੂੰ ਵਿਦਿਨ ਟਾਈਮ ਸਪੈਨ 5 ਦਿਨਾਂ ਦੇ ਵਿੱਚ ਇਹਨੂੰ ਦਿਓ। 5 ਤਰੀਕ ਮੈਂ ਉਹਨਾਂ ਨੂੰ ਡੇਟ ਦਿੱਤੀ ਹੈਗੀ ਆ, ਔਰ ਇੱਕ ਰਿਪਰੈਜ਼ੈਂਟੇਸ਼ਨ ਤਾਂ ਦਿੱਤੀ ਹੈਗੀ ਆ, ਇੱਕ ਜਾਂ 2 ਇੱਕ ਦੇ ਦਿਨ ਤੱਕ, ਸ਼ਾਮ ਤੱਕ ਜਾਂ ਸਵੇਰ ਤੱਕ ਹੋਰ ਦੇਣਗੇ, ਤਾਂ ਕਿ ਇਹਦੀਆਂ ਸਾਰੀਆਂ ਇਕੱਠੀਆਂ ਕਰਕੇ ਇਹਦੇ ਤੇ ਜੋ ਵੀ ਕਾਰਵਾਈ ਕਰਨ ਦੀ ਜ਼ਰੂਰਤ ਹੈਗੀ ਆ ਉਹਦੇ ਆਦੇਸ਼ ਜਿਹੜੇ ਮੈਂ ਦਊਂਗਾ, ਤਾਂ ਕਿ ਇਹਦੇ ਤੇ ਸਟ੍ਰਿਕਟ ਜਿਹੜਾ ਐਕਸ਼ਨ ਲਿਆ ਜਾਵੇ। ਕਾਰਵਾਈ ਦੀ ਜਿਹੜੀ ਸੰਘਰਸ਼ ਕਰ ਰਹੇ ਤਾਂ ਪਰਚੇ ਦੀ ਡਿਮਾਂਡ ਕਰ ਰਿਹਾ ਵੀ ਪਰਚਾ ਹੋਣਾ ਚਾਹੀਦਾ। ਕੀ ਆਪਾਂ ਲੇਖਕਾਂ ਨੂੰ ਵੀ ਟਰੇਸ ਕਰਾਂਗੇ ਜਿਨ੍ਹਾਂ ਰਾਹੀਂ ਇਹ ਗੱਲਾਂ ਲਿਖੀਆਂ ਗਈਆਂ ਨੇ, ਜਾਂ ਬੁੱਕਸ ਸਾਰੀਆਂ ਹੈਗੀਆਂ? ਜਿਹੜੇ ਤੇ ਜੋ ਵੀ ਗਿਲਟੀ ਪਾਇਆ ਗਿਆ,
ਕਿਉਂਕਿ ਅਲਟੀਮੇਟਲੀ ਜੇ ਡਿਪਾਰਟਮੈਂਟ ਨੇ ਟੈਕਸਟ ਬੁੱਕ ਵੀ ਅਲਾਉ ਕੀਤੀ ਸੀਗੀ, ਲੇਕਿਨ ਉਹਦੀ ਵੀ ਰਿਵਿਊ ਕਮੇਟੀ ਹੁੰਦੀ ਆ। ਰਿਵਿਊ ਕਮੇਟੀ ਸਿਰਫ ਤਨਖਾਹਾਂ ਲੈਣ ਲਈ ਨਹੀਂ ਹੁੰਦੀ। ਰਿਵਿਊ ਕਮੇਟੀ ਦਾ ਕੰਮ ਹੁੰਦਾ ਵੀ ਜਦੋਂ ਵੀ ਉਹ ਖਰੜਾ ਆਵੇ ਉਹਨੂੰ ਪੜ੍ਹਨਾ, ਉਹਦੇ ਵਿੱਚ ਜੇ ਗਲਤੀਆਂ ਕੋਈ ਕੀਤੀਆਂ ਹੈਗੀਆਂ ਉਹਨੂੰ ਦੂਰ ਕਰਨਾ, ਔਰ ਦੂਰ ਕਰਕੇ ਫਿਰ ਉਹਦੇ ਵਿੱਚ ਲੋੜੀਂਦੀ ਜਿਹੜੀ ਆ ਉਹਦੀ ਪਬਲਿਸ਼ਿੰਗ ਕਰਵਾਉਣੀ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਰਿਵਿਊ ਕਮੇਟੀ ਸਿਰਫ ਉਹਦੇ ਤੇ ਸਿਰਫ ਸਾਈਨ ਕਰਕੇ ਚਲੇ ਜਾਵੇ ਤੇ ਪੜ੍ਹੇ ਕੋਈ ਹੈ ਨਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦੀ ਜ਼ਰੂਰਤ ਹੈਗੀ ਆ। ਤੁਹਾਨੂੰ ਵੀ ਸੰਘਰਸ਼ ਦੇ ਦੌਰਾਨ ਹੀ ਪਤਾ ਲੱਗਿਆ ਜਦੋਂ ਪ੍ਰੋਟੈਸਟ ਹੋਇਆ ਵੀ ਇਹ ਕਮੀਆਂ ਨੇਗੀਆਂ ਤਾਂ? ਨਹੀਂ, ਮੈਨੂੰ ਦੇਖੋ ਪਹਿਲਾਂ ਵੀ ਇੱਕ ਦੋ ਇਦਾਂ ਦੀਆਂ ਜਿਹੜੀਆਂ ਹੈਗੀਆਂ ਉਹ ਆਈਆਂ ਹੈਗੀਆਂ ਨੌਲੇਜ ਦੇ ਵਿੱਚ, ਪਰ ਮੈਂ ਉਦੋਂ ਵੀ ਉਹਦੇ ਤੇ ਐਕਟ ਕੀਤਾ। ਲੇਕਿਨ ਹੁਣ ਜਦੋਂ ਇਹ ਲੇਟਲੀ ਹੁਣ ਆਇਆ ਹੈਗਾ, ਔਰ ਇਹਦੇ ਵਿੱਚ ਮੈਂ ਸਮਝਦਾ ਕਿ ਦੇਖੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਇਹ ਇਕੱਲੇ ਸਿਰਸਾ ਸਾਹਿਬ ਦਾ ਫਰਜ਼ ਨਹੀਂ ਬਣਦਾ, ਇਹ ਸਾਰੀ ਸਿੱਖ ਸੰਗਤ ਦਾ ਫਰਜ਼ ਨਹੀਂ ਬਣਦਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ, ਕਿਉਂਕਿ ਅਸੀਂ ਉਸ ਫਿਲਾਸਫੀ ਨੂੰ ਮੰਨਦੇ ਹਾਂ। ਉਹਦੇ ਵਿੱਚ ਜੇ ਕਿਤੇ ਕੋਈ ਛੇੜਛਾੜ ਕਰਦਾ ਹੈਗਾ ਤਾਂ ਮੈਨੂੰ ਲੱਗਦਾ ਸਾਨੂੰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਓਵਰਆਲ ਸਿਸਟਮ ਨੂੰ ਵੀ ਸਹੀ ਕਰਨਾ ਪਊਗਾ। ਜਿਸ ਤਰ੍ਹਾਂ ਰਿਵਿਊ ਹੋ ਰਹੀਆਂ ਬੁੱਕਸ ਤੇ ਇੰਨੇ ਸਾਲ ਚੱਲਦੀਆਂ ਰਹਿੰਦੀਆਂ ਨੇ ਤੇ ਉਹ ਮੋਟੀ ਤੌਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ। ਮੈਂ ਤਾਂ ਉਹਦੇ ਵਿੱਚ ਇਹ ਆ ਕਿ ਦੇਖੋ ਜਿਹੜੇ ਡਿਪਾਰਟਮੈਂਟ ਦੀਆਂ ਕਮੇਟੀਆਂ ਬਣੀਆਂ ਹੈਗੀਆਂ ਉਹ ਬੇਸਿਕਲੀ ਮੋਰ ਔਰ ਸਰਕਾਰੀ ਕਮੇਟੀਆਂ ਹੈਗੀਆਂ। ਜਿਹੜਾ ਸਰਕਾਰੀ ਕਮੇਟੀਆਂ ਦੇ ਵਿੱਚ ਆ ਜਾਂਦਾ ਉਹ ਬੰਦਾ ਫਿਰ ਸਰਕਾਰ ਦੀ ਲੈਂਗੁਏਜ ਹੀ ਬੋਲਦਾ ਹੈਗਾ। ਮੈਨੂੰ ਨਹੀਂ ਇਹ ਗੱਲ ਦੀ ਸਮਝ ਕਦੀ ਵੀ ਆਉਂਦੀ, ਕਿਉਂਕਿ ਸਾਨੂੰ ਇਹ ਜਿਹੜੀਆਂ ਕਮੇਟੀਆਂ ਇੰਡੀਪੈਂਡੈਂਟ, ਮੈਂ ਇਹਦੇ ਤੇ ਵੀ ਇੱਕ ਇੰਡੀਪੈਂਡੈਂਟ ਕਮੇਟੀ ਦੀ ਫਾਰਮੇਸ਼ਨ ਕਰੂੰਗਾ ਤਾਂ ਕਿ ਜਿਹੜੇ ਸਿੱਖ ਇੰਟੈਲੈਕਚੁਅਲਸ ਹੈਗੇ ਆ ਜਾਂ ਜਿਹੜੀ ਫੀਲਡ ਦੇ ਵਿੱਚ ਵੀ ਇੰਟੈਲੈਕਚੁਅਲਸ ਹੈਗੇ ਆ, ਰਾਦਰ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਇਹ ਮਿਨਿਸਟਰੀਜ਼ ਦੇ ਵਿੱਚ ਵੀ ਜਿਹੜੀਆਂ ਐਡਵਾਈਜ਼ਰੀ ਕਮੇਟੀਆਂ ਹੋਣੀਆਂ ਚਾਹੀਦੀਆਂ, ਪਰ ਹੋਣੀਆਂ ਇੰਟੈਲੈਕਚੁਅਲਸ ਦੀਆਂ ਚਾਹੀਦੀਆਂ, ਸੋ ਦੈਟ ਕਿ ਕੁਝ ਕੰਟਰੀਬਿਊਟ ਕਰ ਲਈਏ। ਹੋ ਸਕਦਾ ਬਾਬੂ ਨੂੰ ਲਿਮਟਿਡ ਨੌਲੇਜ ਹੋਵੇ। ਜਿਹੜਾ ਤਾਂ ਬੁੱਧੀਜੀਵੀ ਜਿਹੜੇ ਆਮ ਤੌਰ ਤੇ ਖੜੇ ਕਰਦੇ ਆ ਸਵਾਲ ਕਿਤਾਬਾਂ ਦੇ ਕੇ, ਉਹ ਕਹਿੰਦੇ ਆ ਵੀ ਮੰਤਰੀਆਂ ਨੂੰ ਮਿਸਗਾਈਡ ਕਰ ਦਿੱਤਾ ਜਾਂਦਾ, ਸਹੀ ਗੱਲਾਂ ਨਹੀਂ ਆਉਂਦੀਆਂ ਤੇ ਮੰਤਰੀ ਵੀ ਉਹੀ ਗੱਲ ਸੁਣ ਕੇ ਰੱਖ ਦਿੰਦੇ, ਇਨਕੁਆਇਰੀਆਂ ਚੱਲਦੀਆਂ ਰਹਿੰਦੀਆਂ। ਇਹੋ ਜੀ ਗੱਲ ਨਹੀਂ ਹੈ। ਦੇਖੋ ਮੈਂ ਤਾਂ ਹਮੇਸ਼ਾ ਉਸ ਇੰਟੈਲੈਕਚੁਅਲ ਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਜਿਹੜਾ ਉਸ ਫੀਲਡ ਦਾ ਐਕਸਪਰਟ ਹੈਗਾ। ਮੇਰੀ ਹੋ ਸਕਦਾ ਨੌਲੇਜ ਲਿਮਟਿਡ ਹੋਵੇ, ਬਟ ਉਸ ਫੀਲਡ ਦਾ ਜਿਹੜਾ ਐਕਸਪਰਟ ਹੈਗਾ, ਜਿਹਦੇ 25 30 40 ਸਾਲ ਦਾ ਤਜਰਬਾ ਹੈਗਾ, ਮੈਂ ਤਾਂ ਉਹਦੇ ਕੋ ਵੀ, ਮੈਂ ਤਾਂ ਇਨਫੈਕਟ ਜਿੰਨੀਆਂ ਮੇਰੇ ਕੋਲ 4 ਮਿਨਿਸਟਰ ਸੀਗੀਆਂ, ਮੈਂ ਉਹਦੀਆਂ ਐਕਸਪਰਟ ਕਮੇਟੀਆਂ ਬਣਾਈਆਂ। ਕਿਉਂ ਬਣਾਈਆਂ? ਇਸ ਕਰਕੇ ਬਣਾਈਆਂ ਤਾਂ ਕਿ ਉਹਨਾਂ ਕੋਲੋਂ ਇਨਪੁਟ ਲੈ ਕੇ, ਕਿਉਂਕਿ ਕਿਸੇ ਕੋਲ ਲੁਕਾਉਣ ਦੀ ਜ਼ਰੂਰਤ ਨਹੀਂ ਹੈ, ਕਿਸੇ ਕੋਲੋਂ ਸੰਗਣ ਦੀ ਜ਼ਰੂਰਤ ਨਹੀਂ ਹੈ। ਇਹ ਸਾਡਾ ਸਾਰਿਆਂ ਦਾ ਸਾਂਝਾ ਕੰਮ ਹੈ। ਕਿਉਂਕਿ ਬਾਬੂ ਨੂੰ ਹੋ ਸਕਦਾ ਬਾਬੂ ਨੂੰ ਉਨੀ ਨੌਲੇਜ ਹੋਵੇ, ਇੱਕ ਸੀਟ ਤੇ ਬਾਬੂ ਬੈਠਾ, ਉਹਦੇ ਕੋਲ ਉਹਨੇ ਲਿਮਟਿਡ ਸੋਰਸ ਹੈਗੀ ਆ, ਉਨੀ ਲਿਮਟਿਡ ਨੌਲੇਜ ਹੈਗੀ ਆ, ਹੋ ਸਕਦਾ ਉਹਦਾ ਮਾਈਂਡ ਨਾ ਕੰਮ ਕਰਦਾ ਹੋਵੇ। ਬਟ ਸਾਨੂੰ ਐਕਸਪਰਟਸ ਤੋਂ ਓਪੀਨੀਅਨ ਲੈਣ ਦੀ ਕੋਈ ਪ੍ਰੋਬਲਮ ਥੋੜੀ ਆ। ਆਪਾਂ ਦੁਨੀਆ ਦੇ ਉੱਤੇ ਜਦੋਂ ਵੀ ਜੋ ਕੰਮ ਹੁੰਦਾ ਹੈਗਾ, ਐਕਸਪਰਟਸ ਦੀ ਇਨਵੋਲਵਮੈਂਟ ਹੁੰਦੀ ਆ। ਸੋ ਇਹਦੇ ਵਿੱਚ ਵੀ ਮੈਂ ਤਾਂ ਇਹ ਚਾਹੂੰਗਾ, ਰਾਦਰ ਮੈਂ ਸਿਰਸਾ ਸਾਹਿਬ ਨੂੰ ਵੀ ਕਹੂੰਗਾ ਕਿ ਕੋਈ ਇੱਕ ਦੋ ਬੰਦੇ ਸਾਨੂੰ ਦਿਓ ਤਾਂ ਕਿ ਜੇ ਕੋਈ ਸਿੱਖ ਇਤਿਹਾਸ ਬਾਰੇ ਕੋਈ ਕਿਤਾਬ ਹੋਵੇ ਤਾਂ ਰਿਵਿਊ ਉਹ ਕਰਨ, ਸੋ ਦੈਟ ਕਿ ਅਲਟੀਮੇਟਲੀ ਸਾਡਾ ਕੰਮ ਤਾਂ ਬੱਚਿਆਂ ਕੋਲ ਉਹ ਇਨਫੋਰਮੇਸ਼ਨ ਜਾਵੇ ਜਿਹੜੀ ਐਕਚੁਅਲੀ ਸਾਡੀ ਸਿੱਖ ਇਤਿਹਾਸ ਨਾਲ ਮੈਚ ਕਰਦੀ ਹੈ। ਸਿਰਸਾ ਸਾਹਿਬ ਅੱਜ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਮੈਂ ਪੱਤਰ ਤੁਹਾਨੂੰ ਦਿੱਤਾ ਹੈ, ਇਹ ਜਿਹੜੀ ਆ ਪ੍ਰੋਫੈਸਰ ਮਨਜੀਤ ਸਿੰਘ ਸੋਢੀ ਦੀ ਲਿਖੀ ਹੋਈ ਕਿਤਾਬ ਜਿਹਦੀ ਪਹਿਲਾਂ ਪੜਤਾਲ ਹੋ ਚੁੱਕੀ ਆ, ਉਸ ਪੜਤਾਲ ਤੋਂ ਮੈਂ ਸੰਤੁਸ਼ਟ ਨਹੀਂ, ਉਹਦੀ ਦੁਬਾਰਾ ਪੜਤਾਲ ਹੋਣੀ ਚਾਹੀਦੀ ਆ। ਬਾਕੀ ਜਿਹੜੀ ਆ ਉਹ ਮੈਂ ਤੁਹਾਨੂੰ ਜਿਹੜੇ ਪੱਤਰ ਨੇ ਉਹ ਮੈਂ ਤੁਹਾਨੂੰ ਭੇਜ ਦੇਣਾ। ਠੀਕ ਹੈ। ਹਾਂਜੀ, ਮੰਤਰੀ ਸਾਹਿਬ ਆਏ ਨੇ, ਤੁਹਾਡੀ ਗੱਲਬਾਤ ਹੋਈ ਹੈ, ਅਸ਼ੋਰੈਂਸ ਦਿੱਤੀ ਉਹਨਾਂ ਨੇ ਵੀ ਕਾਰਵਾਈ ਵੀ ਹੋਊਗੀ, ਕਮੇਟੀ ਵੀ ਬਣਾਈ ਜਾਊਗੀ। ਦੇਖੋ ਆਏ ਨੇ ਜੀ ਆਇਆਂ ਨੂੰ ਕਿ ਇਹਨਾਂ ਨੇ ਕੰਮ ਕਰਨਾ, ਸਰਕਾਰ ਨੇ ਕਰਨਾ। ਸਾਡਾ ਤਾਂ ਸਰਕਾਰ ਤੱਕ ਹੀ ਪਹੁੰਚ ਹੈ, ਅਫਸਰਾਂ ਤੱਕ ਹੁੰਦੀ ਆ। ਪਹਿਲਾਂ ਅਫਸਰ ਨਹੀਂ ਕੋਈ ਗੱਲ ਕਰਦਾ ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਇਹ ਆਏ ਨੇ, ਆਪ ਇੱਥੇ ਚੱਲ ਕੇ ਆਏ ਆ ਤੇ ਇਹ ਵੇਖੋ ਹੁਣ ਜਿਹੜੇ ਇੱਥੇ ਚੱਲ ਕੇ ਆਏ ਤੇ ਕਰਨਗੇ ਨਾ, ਇਸ ਕਰਕੇ ਫਿਰ ਕੀ ਮੰਗ ਰੱਖੀ ਹੈ ਉਹਨਾਂ ਨੇ? ਕਿਹਾ ਮੈਂ ਇਨਕੁਆਇਰੀ ਹੈ, ਉਹਦੀ ਆਊਗੀ ਰਿਪੋਰਟ, ਮੈਂ ਐਕਸ਼ਨ ਲਵਾਂਗਾ। ਹੁਣ ਤੁਸੀਂ ਕੀ ਮੰਗ ਰੱਖੀ? ਮੈਂ ਉਹਨਾਂ ਅੱਗੇ ਮੰਗੇ ਰੱਖੀ ਆ ਵੀ ਇੱਕ ਤੇ ਆ ਜਿਹੜਾ ਪੱਤਰ ਹੁਣ ਦਿੱਤਾ ਵੀ ਇਹਦੀ ਜਿਹੜੀ ਪੜਤਾਲ ਪਹਿਲਾਂ ਹੋਈ ਆ ਉਹ ਤੋਂ ਮੈਂ ਸੰਤੁਸ਼ਟ ਨਹੀਂ। ਪੜਤਾਲ ਜਿਹੜੀ ਆ ਸਹੀ ਢੰਗ ਨਾਲ ਚਾਹੀਦੀ ਆ। ਜਿਹੜੇ ਕਿਤਾਬ ਦੇ ਲੇਖਕ ਨੇ, ਕਿਉਂਕਿ 4-5 ਕਿਤਾਬਾਂ ਨੇ ਮੇਰੇ ਕੋਲੇ, ਔਰ ਸਾਰੀਆਂ ਹੀ +2 ਦੀਆਂ ਨੇ, ਔਰ ਸਾਰੀਆਂ ਦੇ ਵਿੱਚ ਜਿਹੜਾ ਉਹ ਸਿੱਖ ਇਤਿਹਾਸ ਨੂੰ ਮੁੱਢੋਂ ਰੱਦ ਕੀਤਾ ਗਿਆ, ਔਰ ਬਹੁਤ ਮਾੜੀ ਸ਼ਬਦਾਵਲੀ ਜਿਹੜੀ ਲਿਖੀ ਗਈ ਆ, ਮੈਂ ਇਹਨਾਂ ਨੂੰ ਦੱਸਿਆ ਔਰ ਪੜ੍ਹਾਈਆਂ ਨੇ, ਇਹਨਾਂ ਨੇ ਪੜ੍ਹੀਆਂ ਨੇ। ਔਰ ਮੇਰੀ ਇਹ ਮੰਗ ਹੈ ਕਿ ਜਿਨ੍ਹਾਂ ਨੇ ਇਹ ਕਿਤਾਬ ਲਿਖੀ, ਇੱਕ ਤਾਂ ਉਹ, ਉਸ ਤੋਂ ਬਾਅਦ ਰਿਵਿਊ ਕਮੇਟੀਆਂ ਜਿੰਨੀਆਂ ਵੀ ਨੇ, ਚਾਹੇ ਉਹ ਸਮੀਖਿਆ ਕਮੇਟੀ ਆ, ਅਕਾਦਮਿਕ ਕਮੇਟੀ ਆ, ਵਾਈਸ ਚੇਅਰਮੈਨ ਹੈ, ਸਿੱਖਿਆ ਮੰਤਰੀ, ਜਿਹੜੇ ਵੀ ਆਉਂਦੇ ਨੇ ਉਹਦੇ ਵਿੱਚ, ਕਿਉਂਕਿ ਇਹਨਾਂ ਤੋਂ ਸਾਰੀਆਂ ਪਹਿਲਾਂ ਦੀਆਂ ਹੋਈਆਂ ਨੇ। ਇਹ 1998 ਤੋਂ ਲੈ ਕੇ ਤੇ 2017 ਤੱਕ ਇਹਦੀ ਅਪਰੂਵਲ ਦਿੱਤੀ ਗਈ ਆ ਤੇ ਉਹ ਤੱਕ ਮੈਂ ਸਾਰਿਆਂ ਇਹਨਾਂ ਨੂੰ ਕਿਹਾ ਵੀ ਜਿੰਨੇ ਵੀ ਇਹਦੇ ਵਿੱਚ ਆਉਂਦੇ ਨੇ, ਹਰ ਕਿਤਾਬ ਦੇ ਐਡੀਸ਼ਨ ਜਿਹੜੇ ਆਉਂਦੇ ਨੇ, ਉਹਨਾਂ ਸਾਰਿਆਂ ਦੇ ਖਿਲਾਫ ਪੁਲਿਸ ਪਰਚੇ ਦਰਜ ਹੋਣੇ ਚਾਹੀਦੇ ਆ। ਇਹਨਾਂ ਕਿਤਾਬਾਂ ਜਿਹੜੀਆਂ ਨੇ ਇਹਨਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ, ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਆ ਤੇ ਅੱਗੇ ਤੋਂ ਜਿਹੜਾ ਇਤਿਹਾਸ ਆ ਉਹ ਸਹੀ
ਇਤਿਹਾਸ ਜਿਹੜਾ ਉਹ ਬੱਚਿਆਂ ਨੂੰ ਪੜ੍ਹਾਇਆ ਜਾਵੇ। ਪ੍ਰੋਟੈਸਟ ਚੱਲਦਾ ਰਹੂਗਾ ਉਦੋਂ ਤੱਕ? ਦੇਖੋ ਪ੍ਰੋਸੈਸ ਜਿਹੜਾ ਮੇਰਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਚੱਲਦਾ ਹੀ ਰਹੇਗਾ, ਇਹ ਨਹੀਂ ਬੰਦ ਹੋਵੇਗਾ। ਇਹ ਜਦੋਂ ਸਾਨੂੰ ਇਨਸਾਫ ਮਿਲ ਜਾਏਗਾ, ਸਾਡੀ ਸੰਤੁਸ਼ਟੀ ਹੋ ਜਾਏਗੀ, ਫਿਰ ਮੈਂ ਇੱਥੇ ਜਿਹੜੇ ਸਾਥੀ ਨੇ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ ਜਾਂ ਸੁਖਜਿੰਦਰ ਖੋਸਾ ਸਾਹਿਬ ਹੈ ਜਾਂ ਹੋਰ ਵੀ ਜਿਹੜੇ ਬੰਦੇ ਉਸ ਤੋਂ ਬਾਅਦ ਮੇਰੇ ਕੋਲ ਇੱਥੇ ਆ ਰਹੇ ਨੇ ਜਿਨ੍ਹਾਂ ਨਾਲ ਮਿਲ ਕੇ ਪਹਿਲਾਂ ਮੈਂ ਪ੍ਰੋਟੈਸਟ ਸ਼ੁਰੂ ਕੀਤਾ, ਉਹਨਾਂ ਨੂੰ ਸਾਰੀ ਗੱਲਬਾਤ ਦੱਸਾਂਗਾ, ਭਰੋਸੇ 'ਚ ਲੈ ਕੇ ਫਿਰ ਹੀ ਜਿਹੜਾ ਪ੍ਰੋਟੈਸਟ ਜਿਹੜਾ ਇਹ ਸਮਾਪਤ ਕੀਤਾ ਜਾਏਗਾ, ਵਰਨਾ ਇਹ ਪ੍ਰੋਟੈਸਟ ਚੱਲਦਾ ਰਹੇਗਾ। ਇੱਕ ਆਖਰੀ ਸਵਾਲ ਜਿਹੜੇ ਕਲੀਅਰ ਕਰ ਦਿਓ, 16 ਬੰਦੇ ਚਾਰਜ ਸ਼ੀਟ ਕੀਤੇ, ਉਹ ਵਾਲੀ ਇਨਕੁਆਇਰੀ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ? ਬਿਲਕੁਲ, ਜਿਹੜੀ ਇਸ ਕਿਤਾਬ ਦੀ ਸਰ ਜਿਹੜੀ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜਿਹੜਾ ਰਾਈਟਰ ਹੈ ਉਹਨੂੰ ਬਿਲਕੁਲ ਬੇਕਸੂਰ ਸਾਬਤ ਕਰਤਾ, ਇਸ ਕਰਕੇ ਮੈਂ ਉਸ ਕਾਰੀ ਤੋਂ ਮੈਂ ਇਹ ਚਾਹੁੰਦਾ ਕਿ ਜਿਹਨੇ ਲਿਖੀਆਂ ਨੇ ਔਰ ਜਿਹੜੇ ਸਾਰੇ ਉਹਦੇ ਵਿੱਚ ਜਿਹੜੇ ਆਉਂਦੇ ਨੇ ਇਹ ਇਕੱਲੇ ਜਿਸ ਤਰ੍ਹਾਂ ਹੁਣ ਚੇਅਰਮੈਨ ਸਾਹਿਬ ਨੇ ਕਹਿਤਾ ਕਿ ਉਹਨਾਂ ਨੇ ਚਾਰਜ ਸ਼ੀਟ ਕੀਤਾ, ਚਾਰਜ ਸ਼ੀਟ ਕਰਨਾ ਕੋਈ ਮਤਲਬ ਕਿ ਜਿਹੜਾ ਉਹ ਸਜ਼ਾ ਨਹੀਂ ਹੈਗੀ। ਮੈਂ ਉਹਨਾਂ ਤੇ ਸਾਰਿਆਂ ਤੇ ਪਰਚੇ ਕਰਾਉਣਾ ਚਾਹੁੰਦਾ, ਪੁਲਿਸ ਪਰਚੇ ਕਰਾ ਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨਾ ਤਾਂ ਕੋਈ ਲੇਖਕ ਇਸ ਤਰ੍ਹਾਂ ਦੀ ਕਿਤਾਬ ਲਿਖੇ ਤੇ ਨਾ ਹੀ ਇਸ ਤਰ੍ਹਾਂ ਕਿਸੇ ਨੂੰ ਕੋਈ ਅਪਰੂਵਲ ਦਿੱਤੀ ਜਾਏ। ਇਸ ਕਰਕੇ ਮੈਂ ਇਹ ਤੇ ਸਖਤ ਕਾਰਵਾਈ ਚਾਹੁੰਦਾ। ਜੀ ਐਗਜ਼ਾਮਪਲ ਸੈੱਟ ਕਰਨ ਦੀ ਗੱਲ ਹੋ ਰਹੀ ਹੈ ਵੀ ਇਹ ਜਿਹੀ ਗਲਤੀਆਂ ਅੱਗੇ ਤੋਂ ਕਦੇ ਨਾ ਹੋਣ। ਨਹੀਂ, ਡੈਫੀਨੇਟਲੀ ਇਹ ਦੇਖੋ, ਮੈਂ ਤਾਂ ਕਈ ਚੀਜ਼ਾਂ ਨਾਲ ਸਹਿਮਤ ਹਾਂ, ਕਿਉਂਕਿ ਐਂਡ ਆਫ ਦਾ ਡੇ ਤੁਸੀਂ ਚਾਰਜ ਸ਼ੀਟ ਕਰ ਦਿੱਤੇ ਜਿਹੜੇ EMPLOYEES ਹੈਗੇ ਆ, ਲੇਕਿਨ ਅਲਟੀਮੇਟਲੀ ਜਿਹੜਾ ਪਬਲਿਸ਼ਰ ਆ, ਜਿਹੜਾ ਇਹਦਾ ਰਾਈਟਰ ਹੈ, ਅਲਟੀਮੇਟਲੀ ਉਹਨੂੰ ਵੀ ਤਾਂ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ, ਉਹਨੂੰ ਤਾਂ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਵੀ ਹਾਂ ਵੀ ਇਹਦੇ ਵਿੱਚ ਅਸੀਂ ਕੀ ਜਿਹੜੇ ਤੱਥ ਆ ਉਹ ਜਿਹੜੇ ਇਤਿਹਾਸ ਤੋਂ ਅਲੱਗ ਲਿਖੇ ਹੋਏ ਆ। ਸੋ ਡੈਫੀਨੇਟਲੀ ਜੋ ਲੀਗਲ ਇਹਦੇ ਤੇ ਕਾਰਵਾਈ ਹੋ ਸਕਦੀ ਆ, ਡੈਫੀਨੇਟਲੀ ਮੈਂ ਰਿਕਮੈਂਡ ਕਰੂੰਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ ਪ੍ਰਗਟ ਸਿੰਘ ਤੇ ਨਾਲ ਸੀਗੇ ਬਲਦੇਵ ਸਿੰਘ ਸਿਰਸਾ। ਸਾਰੇ ਮੁੱਦੇ ਜਿਹੜੇ ਸਾਰੀਆਂ ਮੰਗਾਂ ਨੇ ਉਹ ਰੱਖ ਦਿੱਤੀਆਂ ਗਈਆਂ ਸਿੱਖਿਆ ਮੰਤਰੀ ਦੇ ਸਾਹਮਣੇ, ਪਰ ਹਜੇ ਤੱਕ ਮੰਗ ਇਹੀ ਹੈ ਵੀ ਕਮੇਟੀ ਬਣਾਈ ਜਾਊਗੀ, ਉਹਦੇ 'ਚ ਇੰਟੈਲੈਕਚੁਅਲਸ ਨੂੰ ਹਿੱਸੇਦਾਰੀ ਦਿੱਤੀ ਜਾਊਗੀ, ਹਿੱਸੇਦਾਰ ਬਣਾਇਆ ਜਾਊਗਾ ਤਾਂ ਕਿ ਜਿਹੜੀ ਇਹ ਸਮੱਸਿਆ ਵਾ ਅੱਗੇ ਤੋਂ ਨਾ ਆਵੇ। ਪਰ ਜਿਹੜੇ ਬਲਦੇਵ ਸਿੰਘ ਸਿਰਸਾ ਉਹਨਾਂ ਨੇ ਕਿਹਾ ਪ੍ਰੋਟੈਸਟ ਤਾਂ ਜਾਰੀ ਰਹੂਗਾ, ਪਰ ਜਦੋਂ ਤੱਕ ਪਰਚਾ ਨਹੀਂ ਹੁੰਦਾ ਹੈਗਾ ਜਾਂ ਠੋਸ ਕਾਰਵਾਈ ਨਹੀਂ ਕਰਦੀ ਹੈਗੀ ਜਿਹਦੇ ਨਾਲ ਸਾਰੀ ਸੰਗਤ ਨੂੰ ਜਾਂ ਸਾਰੇ ਜਿਹੜੇ ਸੰਘਰਸ਼ ਕਰ ਰਹੇ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੂਗਾ। ਦੂਸਰੇ ਪਾਸੇ ਪ੍ਰਗਟ ਸਿੰਘ ਨੇ ਅਸ਼ੋਰੈਂਸ ਦਿੱਤੀ ਹੈ ਵੀ ਅਸੀਂ ਪੂਰੀ ਕਾਰਵਾਈ, ਠੋਸ ਕਾਰਵਾਈ ਕਰਾਂਗੇ। ਕੈਮਰਾਮੈਨ ਸ਼ਮਸ਼ੀਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।